ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ ਸਤਿਗੁਰਾਂ ਦੀ ਧੁਰ ਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਤਖਤਾਂ ਤੇ ਸੁਭਾਏਮਾਨ ਹੁੰਦਿਆਂ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਹੁਕਮਨਾਮਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਪਵਿੱਤਰ ਸ੍ਰੀ ਮੁਖ ਵਾਕ ਨੂੰ ਵਿਚਾਰਨ ਲਈ, ਹੁਕਮਨਾਮੇ ਨੂੰ ਵਿਚਾਰਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਪਾਤਸ਼ਾਹ ਦੇ ਬਚਨ ਹਨ, ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਨਾਲ ਜਿਹੜੇ ਗੁਰਸਿੱਖ ਆਪਣੇ ਹਿਰਦਿਆਂ 'ਚੋਂ ਭੈੜੇ ਤੇ ਮਾੜੇ ਵਿਚਾਰਾਂ ਨੂੰ ਮਾਰਦੇ ਹਨ, ਕਿਉਂਕਿ ਵਿਚਾਰ ਤਾਂ ਮਾੜੇ ਵੀ ਚੱਲਦੇ ਨੇ ਹਿਰਦੇ 'ਚ, ਪਰ ਜਦੋਂ ਗੁਰਬਾਣੀ ਦੀ ਵਿਚਾਰ ਨਾਲ ਉਹਨਾਂ ਮਾੜੇ ਵਿਚਾਰਾਂ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਜਿਹੜੇ ਗੁਰਸਿੱਖ ਮਾੜੇ ਮਲਨ ਵਿਚਾਰਾਂ ਨੂੰ ਗੁਰ ਸ਼ਬਦ ਦੀ ਵਿਚਾਰ ਨਾਲ ਮਾਰ ਲੈਂਦੇ ਹਨ, ਉਹ ਮੁੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦੇ। ਉਲਟ ਜੋਨ ਨਾ ਆਵੇ, ਉਲਟ ਕੇ ਮੁੜ ਕੇ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ, ਜੂਨੀਆਂ ਵਿੱਚ ਨਹੀਂ ਆਉਂਦੇ, ਆਵਾਗੁਣ ਤੋਂ ਰਹਿਤ ਹੋ ਜਾਂਦੇ ਹਨ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਕੱਲਾ ਦਰਸ਼ਨ ਕਰਨ ਮਾਤਰ ਨਾਲ ਹੀ ਮੁਕਤੀ ਨਹੀਂ ਹੋਣੀ ਜਦੋਂ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਇਹਦਾ ਮਤਲਬ ਇਹ ਨਹੀਂ ਕਿ ਦਰਸ਼ਨਾਂ ਦਾ ਕੋਈ ਮਹਾਤਮ ਨਹੀਂ, ਪਰ ਦਰਸ਼ਨ ਕਰਨ ਦੇ ਨਾਲ ਨਾਲ ਗੁਰਬਾਣੀ ਦੀ ਵਿਚਾਰ ਵੀ ਕਰਨੀ ਹੈ, ਗੁਰ ਸ਼ਬਦ ਨੂੰ ਵਿਚਾਰਨਾ ਵੀ ਹੈ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਸਤਿਗੁਰਾਂ ਨੇ ਬਖਸ਼ੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਪੂਰੈ ਕਿਰਪਾ ਧਾਰੀ। ਸੋਰਠ ਰਾਗਣੀ ਹੈ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਪੂਰੇ ਗੁਰੂ ਨੇ ਸਾਡੇ ਤੇ ਆਪਣੀ ਭਾਰੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਪੂਰਾ ਗੁਰੂ ਹੀ ਕਿਰਪਾ ਕਰ ਸਕਦਾ, ਅਧੂਰਾ ਨਹੀਂ। ਅਧੂਰਾ ਤਾਂ ਆਪ ਪ੍ਰਮਾਤਮਾ ਦੀ ਦਇਆ ਦੇ ਉੱਤੇ ਨਿਰਭਰ ਹੈ। ਜੋ ਆਪ ਨਿਰਭਰ ਹੋਵੇ ਉਹ ਕਿਸੇ ਦੂਜੇ ਵਾਸਤੇ ਕਿਵੇਂ ਸਹਾਇਕ ਹੋ ਸਕਦਾ ਹੈ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਨੇ ਸਤਿਗੁਰੂ। ਗੁਰੂ ਤੇ ਪਰਮੇਸ਼ਰ ਦੋਨਾਂ ਵਿੱਚ ਕੋਈ ਭੇਦ ਨਹੀਂ ਹੈ।
कलगीधर जी ने वचन लिखे ने, जो हमको परमेश्वर उचर हैं ते सब नरक कुंड में पर हैं। सिख दे मन च सवाल है कि जे असीं गुरु साहब नूं परमेश्वर कहांगे ते नरकां विच जावांगे। कलगीधर जी कह रहे ने, वास्तविक रूप दे विच कलगीधर जी ने जो ये पावन बचन कहे ने, इन्हां दे पिछे एक सिद्धांत है। क्योंकि अगे जाके गुरुदेव ने भी कह दिता है, द्वैते एक रूप हवै गयो, कि असी दो तो एक रूप हो गए, अकाल पुरख दे ही रूप हो गए। ते जदों अकाल पुरख दे ही रूप हो गए, फिर गुरु साहब नूं अकाल पुरख कहना, परमेश्वर कहण दे विच की आपत्ति है? ये मेरे पातशाह दी अति विनिम्रता है। गुरबाणी विच गुरुदेव ने कई थावां ते अपने नाम नाल नीच शब्द दी वरतों कीती है, कूकर शब्द दी वरतों कीती है। अपने आप नूं मेरे गुरुदेव ने गुरबाणी विच निर्गुणियारा भी कहा, कि इहदा मतलब ये तां नहीं असीं सतगुरां नूं यही कुछ समझदे हां। ये गुरुदेव की अति विनिम्रता का लखायक हैं। गुरुदेव की जो निम्रता है वह लखायक हैं ये शब्द। नाले महापुरुष इहदा अर्थ इदां भी करते हैं कि जो हमको जिहड़े अपने आप नूं परमेश्वर कहते हैं भी असीं रब ही हाँ जी, होर कोई वखरा रब नहीं, इदां दे लोग भी हैं। ते सब नरक कुंड में पर हैं, वो नरकां विच जाणगे। वास्तविकता यह है कि गुरु ते परमेश्वर दोवें एक रूप ने। जैसे परमेश्वर पूर्ण है तैसे सतगुरु जी पूर्ण ने। तो पूरे गुरु ने साडे ते अपनी कृपा दृष्टि कीती है, अपनी कृपा धारी है। प्रभ पूरी लोच हमारी, प्रभु ने साडे मन की जिहड़ी लोच इच्छा सी वो पूरी कर दी। जिस वक्त पूरे गुरु ने कृपा धारी तां मन दीयां जिन्नियां इच्छावां सन वो भी पूर्ण हो गईयां। ये पूरे गुरु की कला है। पूरे गुरु की मेहर दृष्टि दे नाल ही मन दीयां सारियां लोचावां सारियां इच्छावां पूर्ण हुंदियां। पूरे गुरु की दया तो बिना इच्छा की पूर्ति नहीं हुंदी। पर गुरसिख दे हिरदे च इच्छा की है जो पूरे गुरु ने पूर्ण कीती है। ज्ञान दीयां सप्त भूमिकावां हन, 7 पड़ाव ने, जिन्हां विचों पहली है शुभ इच्छा, शुभ विचार, तनु मानसा, सत्वा पत, पदार्था भावनी, असंग सख्त, तुरिया। 7वीं भूमिका जिहड़ी है वह तुरिया पद दी है। प्रारंभ मुढ़ शुभ इच्छा तो है। गुरसिख दे हिरदे च शुभ इच्छावां हुंदियां। वो अपने हिरदे च मलन इच्छा नहीं रखता, क्योंकि क्या जानिए प्राणा दी डोरी किस वेले टुट जानी है। उस वक्त अगर किते मन विच कोई मलन इच्छा दा चितवनी चल रही होवेगी तो उसने उसे पासे धक के लै जाना। इच्छा शुभ होवे, शुभ इच्छा गुरु के दर्शनां दी इच्छा, गुरबाणी पढ़न दी इच्छा, गुरसिखां दे दर्शनां दी इच्छा, सेवा दी इच्छा, सिमरन दी इच्छा, भला करन दी इच्छा, परोपकार दी इच्छा। तो ऐसियां शुभ इच्छावां साडे हिरदे च होणियां चाहीदियां। मलन इच्छा की है? किसी प्रति द्वेष रखनी, किसी प्रति दुविधा रखनी, किसी प्रति हीन भाव रखना, किसी का बुरा चितवना, विकारां दी चितवनी
ਇਹ ਸਭ ਮਲਨ ਛਾਵਾਂ ਹਨ। ਇਸੇ ਕਰਕੇ ਗ੍ਰੰਥੀ ਸਿੰਘ ਜੀ ਜਦੋਂ ਕਿਸੇ ਮਾਈ ਭਾਈ ਦੀ ਅਰਦਾਸ ਕਰਦੇ ਨੇ ਤਾਂ ਬਕਾਇਦਾ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਇਹ ਵੀ ਕਹਿੰਦੇ ਆ, ਮਹਾਰਾਜ ਪਰਿਵਾਰ ਦੀਆਂ ਜਾਂ ਇਹਨਾਂ ਗੁਰਮੁਖਾਂ ਪਿਆਰਿਆਂ ਦੀਆਂ ਸ਼ੁਭ ਇੱਛਾਵਾਂ ਪੂਰਨ ਕਰਨੀਆਂ, ਕਿਉਂਕਿ ਇੱਛਾਵਾਂ ਤਾਂ ਮਲਨ ਵੀ ਹੁੰਦੀਆਂ। ਜਦੋਂ ਇਹੀ ਕਹਿ ਦਈਏ ਕਿ ਇੱਛਾਵਾਂ ਪੂਰਨ ਕਰੋ ਤੇ ਫਿਰ ਉਹਦੇ 'ਚ ਮਲਨ ਇੱਛਾਵਾਂ ਵੀ ਆ ਜਾਂਦੀਆਂ। ਇਸ ਕਰਕੇ ਸ਼ੁਭ ਇੱਛਾ ਦੀ ਪੂਰਤੀ ਦੀ ਅਰਦਾਸ ਕੀਤੀ ਜਾਂਦੀ ਹੈ। ਤੋ ਹਿਰਦੇ 'ਚ ਸ਼ੁਭ ਇੱਛਾ ਗੁਰਸਿੱਖ ਦੇ ਹੁੰਦੀ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜਦੋਂ ਕਿਸੇ ਦੂਸਰੇ ਪ੍ਰਤੀ ਬੁਰਾ ਚਿਤਵਣਾ ਹੀ ਨਹੀਂ ਤਾਂ ਫਿਰ ਦੁੱਖ ਵੀ ਨਹੀਂ ਹੋਵੇਗਾ। ਇਸ ਕਰਕੇ ਭਾਈ ਸ਼ੁਭ ਇੱਛਾ ਦੇ ਸਹਿਤ ਗੁਰੂ ਕੀ ਸੇਵਾ ਕਰਦੇ ਨੇ ਗੁਰਸਿੱਖ, ਔਰ ਐਸੀਆਂ ਸ਼ੁਭ ਇੱਛਾਵਾਂ ਸਤਿਗੁਰੂ ਜੀ ਪੂਰਨ ਕਰਦੇ ਹਨ। ਘਰ ਇਸ਼ਨਾਨ ਗ੍ਰਹਿ ਆਏ। ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਕੇ ਅਸੀਂ ਆਪਣੇ ਘਰ ਗੁਰੂ ਕੇ ਮਹਿਲਾਂ 'ਚ ਆ ਗਏ ਹਾਂ। ਵਡਾਲੀ ਤੋਂ ਆ ਕੇ ਗੁਰਦੇਵ ਨੇ ਸ਼ਬਦ ਉਚਾਰਿਆ, ਪਰ ਵਿਆਪਕ ਰੂਪ ਦੇ ਵਿੱਚ ਇਹਦਾ ਅਰਥ ਇਸ ਤਰ੍ਹਾਂ ਵੀ ਹੈ ਕਿ ਸਾਧ ਸੰਗਤ ਰੂਪੀ ਸਰੋਵਰ ਵਿੱਚ ਆਪਾਂ ਜਿੱਥੇ ਬੈਠੇ ਆ, ਇਹ ਸੰਗਤ ਸਰੋਵਰ ਹੈ, ਸਤ ਸੰਗਤ ਸਰੋਵਰ ਹੈ, ਸਾਧ ਸੰਗਤ ਸਰੋਵਰ ਹੈ। ਜੈਸੇ ਪਾਤਸ਼ਾਹ ਕਹਿੰਦੇ, ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਕਿ ਸਤ ਸਰ ਨਾਵਣ ਦਾ ਮਤਲਬ ਸਾਧ ਸੰਗਤ ਦੇ ਵਿੱਚ ਜਾ ਕੇ ਇਸ਼ਨਾਨ ਕਰੋ। ਸਤ ਸਰ ਨਾਵਣ, ਸਾਧ ਸੰਗਤ ਵਿੱਚ ਜਾ ਕੇ ਇਸ਼ਨਾਨ ਕਰੋ। ਜਿੱਥੇ ਤਨ ਦਾ ਇਸ਼ਨਾਨ ਹੈ ਉੱਥੇ ਮਨ ਦਾ ਇਸ਼ਨਾਨ ਸੰਗਤ ਵਿੱਚ ਆ ਕੇ ਹੁੰਦਾ। ਸਾਧ ਸੰਗਤ ਐਸਾ ਤੀਰਥ ਹੈ ਜਿਸ ਬਾਬਤ ਪਾਤਸ਼ਾਹ ਜੀ ਦੇ ਬਚਨ ਨੇ ਕਿ ਅੰਤਰਗਤ ਤੀਰਥ ਮਲ ਨਾਓ। ਗੁਰੂ ਕੀ ਸੰਗਤ ਜਿਹੜੀ ਹੈ ਅੰਤਰ ਦਾ ਤੀਰਥ ਹੈ, ਸਾਡੇ ਅੰਦਰ ਦਾ। ਮਲ ਮਲ ਕੇ ਨਹਾਉਣ ਦਾ ਹੁਕਮ ਹੈ। ਇੱਥੇ ਮਲ ਮਲ ਕੇ ਨਹਾਉਣ ਦਾ ਕੀ ਮਤਲਬ ਹੈ ਕਿ ਵਿਚਾਰ ਕਰਕੇ ਆਪਣੇ ਅੰਦਰ ਕਿਹੜੀਆਂ ਕਿਹੜੀਆਂ ਬੁਰਾਈਆਂ ਨੇ, ਕਿਹੜੇ ਕਿਹੜੇ ਔਗਣ ਨੇ, ਉਹਨਾਂ ਨੂੰ ਛੱਡਦੇ ਚਲੇ ਜਾਣਾ, ਉਹਨਾਂ ਦਾ ਤਿਆਗ ਕਰਦੇ ਚਲੇ ਜਾਣਾ। ਤੋ ਇਸ ਪ੍ਰਕਾਰ ਨਾਲ ਸਾਧ ਸੰਗਤ ਅੰਮ੍ਰਿਤਸਰ ਹੈ, ਇਹਦੇ ਵਿੱਚ ਇਸ਼ਨਾਨ ਕਰਕੇ ਅਸੀਂ ਆਪਣੇ ਨਿਜ ਘਰ ਵਿੱਚ ਆ ਗਏ। ਸਾਡਾ ਨਿਜ ਘਰ, ਸਾਡਾ ਸਰੂਪ, ਜਿੱਥੋਂ ਭਟਕਦਿਆਂ, ਜਿੱਥੋਂ ਖੁੰਝਿਆਂ, ਜਿੱਥੋਂ ਨਿਕਲਿਆ ਸਾਨੂੰ ਕਈ ਜਨਮ ਬੀਤ ਗਏ ਨੇ। ਆਪਣੇ ਨਿਜ ਘਰ ਦੇ ਵਿੱਚੋਂ ਚੱਲਿਆ ਗਿਆ ਸਾਨੂੰ ਕਈ ਜਨਮ ਬੀਤ ਗਏ ਨੇ, ਮੁੜ ਕੇ ਆਏ ਨਹੀਂ, ਉੱਥੇ ਭਟਕ ਹੀ ਰਹੇ ਹਾਂ। ਜਦੋਂ ਸਤਿਗੁਰਾਂ ਦੀ ਸੰਗਤ ਵਿੱਚ ਇਸ਼ਨਾਨ ਕੀਤਾ, ਫਿਰ ਆਪਣੇ ਨਿਜ ਘਰ ਵਿੱਚ, ਆਪਣੇ ਸਰੂਪ ਦੇ ਵਿੱਚ ਆ ਕੇ ਸਾਡੀ ਸਥਿਤੀ ਹੋ ਗਈ, ਟਿਕਾਣਾ ਹੋ ਗਿਆ। ਕਰ ਇਸ਼ਨਾਨ ਗ੍ਰਹਿ ਆਏ। ਹੁਣ ਅਸੀਂ ਆਪਣੇ ਘਰ ਆ ਗਏ ਹਾਂ, ਆਪਣੇ ਨਿਜ ਘਰ ਦੇ ਵਿੱਚ ਆ ਗਏ ਹਾਂ। ਹੁਣ ਜਦੋਂ ਨਿਜ ਘਰ ਦੇ ਵਿੱਚ ਆਈਦਾ, ਫਿਰ ਉੱਥੇ ਕੀ ਵਰਤਦਾ ਦੱਸਦੇ ਨੇ, ਅੰਗ ਮੰਗਲ ਸੁਖ ਪਾਏ। ਕਹਿੰਦੇ ਹੁਣ ਆਨੰਦ ਹੀ ਆਨੰਦ, ਮੰਗਲ ਹੀ ਮੰਗਲ, ਖੇੜੇ ਹੀ ਖੇੜੇ, ਖੁਸ਼ੀਆਂ ਹੀ ਖੁਸ਼ੀਆਂ। ਮੈਂ ਇੱਕ ਉਦਾਹਰਣ ਦਿਆਂ। ਇੱਕ ਪਿਤਾ ਦੇ ਦੋ ਪੁੱਤਰ ਸੀ। ਪਿਤਾ ਦੀ ਜਿੰਨੀ ਜਾਇਦਾਦ ਸੀ ਉਹਨੇ ਦੋਨਾਂ ਪੁੱਤਰਾਂ ਵਿੱਚ ਬਰਾਬਰ ਵੰਡ ਦਿੱਤੀ। ਇੱਕ ਪੁੱਤਰ ਨੇ ਉਹ ਜਿੰਨੀ ਜਾਇਦਾਦ ਸੀ ਵੇਚੀ ਤੇ ਪੈਸਾ ਲਿਆ ਤੇ ਬਾਹਰ ਸ਼ਹਿਰ ਚਲਾ ਗਿਆ। ਦੂਰ ਸ਼ਹਿਰ ਜਾ ਕੇ ਜਿੰਨਾ ਉਹਦੇ ਕੋਲ ਪੈਸਾ ਸੀ ਵੇਸ਼ਿਆਗਾਮੀ ਵਿੱਚ, ਜੂਏਬਾਜੀ ਵਿੱਚ, ਸ਼ਰਾਬਾਂ ਕਬਾਬਾਂ ਵਿੱਚ ਬਤੀਤ ਕਰ ਦਿੱਤਾ। ਹਾਲ ਇਤਨੀ ਬੁਰੀ ਹੋ ਗਈ, ਵਾਪਸ ਆਉਣ ਵੇਲੇ ਵੀ ਸੋਚਦਾ ਕੀ ਮੂੰਹ ਲੈ ਕੇ ਜਾਵਾਂ। ਲਾਇਕ ਪੁੱਤਰ ਨੂੰ ਜਿਹੜੀ ਜਾਇਦਾਦ ਦਿੱਤੀ ਸੀ ਉਹਨੇ ਦੁੱਗਣੀ ਤਿੱਗਣੀ ਕਰ ਲਈ ਮਿਹਨਤ ਨਾਲ।
ਉਹਨੂੰ ਹੋਰ ਵਧਾ ਲਿਆ। ਜਿਹੜਾ ਨਲਾਇਕ ਪੁੱਤਰ ਸੀ, ਜਦੋਂ ਦਰ-ਬਦਰ ਠੋਕਰਾਂ ਖਾਣ ਲੱਗਾ ਤੇ ਉਹਨੂੰ ਸੁਨੇਹਾ ਮਿਲਿਆ ਕਿ ਤੇਰਾ ਪਿਤਾ ਤੈਨੂੰ ਵਾਪਸ ਬੁਲਾ ਰਿਹਾ ਹੈ। ਭਟਕਦਿਆਂ ਉਹਨੂੰ ਵੀ ਬਹੁਤ ਟਾਈਮ ਹੋ ਗਿਆ ਸੀ। ਉਹਨੇ ਆਖਿਆ ਜੇ ਬੁਲਾਇਆ ਤੇ ਜਾਵਾਂ। ਆਪਣੇ ਲਾਇਕ ਪੁੱਤਰ ਨੂੰ ਕਹਿਣ ਲੱਗਾ ਵੀ ਤੇਰੇ ਭਰਾ ਨੇ ਘਰ ਆਉਣਾ, ਉਹਦੇ ਵਾਸਤੇ ਆਪਣੇ ਘਰ ਦੇ ਵਿੱਚ ਆਪਾਂ ਲੜੀਆਂ ਲਾਈਏ, ਦੀਪਮਾਲਾ ਕਰੀਏ, ਖੁਸ਼ੀ ਦੇ ਉਤਸਵ ਮਨਾਈਏ ਕਿ ਉਹ ਘਰ ਆ ਰਿਹਾ ਹੈ। ਸੁਭਾਵਕ ਸੀ ਲਾਇਕ ਪੁੱਤਰ ਦੇ ਮਨ 'ਚ ਸਵਾਲ ਉੱਠਣਾ ਸੀ ਕਿ ਸਾਰਾ ਕੁਝ ਉਜਾੜ ਕੇ ਆ ਰਿਹਾ ਹੈ, ਕਦੇ ਮੈਂ 3 ਗੁਣਾ ਜਾਇਦਾਦ ਬਣਾ ਲਈ ਹੈ, ਮੇਰਾ ਤਾਂ ਤੂੰ ਸ਼ੁਕਰ ਨਹੀਂ ਕੀਤਾ, ਮੇਰੇ ਲਈ ਤਾਂ ਕਦੇ ਖੁਸ਼ੀ ਨਹੀਂ ਮਨਾਈ। ਉਹ ਜਿਹਨੇ ਸਾਰਾ ਕੁਝ ਉਜਾੜ ਦਿੱਤਾ, ਗਵਾ ਦਿੱਤਾ, ਉਹਦੇ ਘਰ ਦੇ ਆਉਣ ਵਿੱਚ ਤੂੰ ਖੁਸ਼ੀ ਮਨਾ ਰਿਹਾ, ਐਸਾ ਕਿਉਂ? ਪਿਤਾ ਸਿਆਣਾ ਸੀ, ਉਹਨੇ ਆਖਿਆ ਬੇਟਾ ਤੂੰ ਤਾਂ ਪਹਿਲਾਂ ਹੀ ਘਰ ਵਿੱਚ ਮੌਜੂਦ ਸੀ, ਤੂੰ ਘਰੋਂ ਗਿਆ ਹੀ ਨਹੀਂ ਕਿਤੇ। ਉਹ ਭਟਕ ਕੇ ਵਾਪਸ ਆ ਰਿਹਾ ਹੈ, ਘਰ ਵਾਪਸ ਮੁੜਨ ਲੱਗਾ ਹੈ। ਆਖਰਕਾਰ ਪੱਥਰ ਚੱਟ ਕੇ ਮੱਛੀ ਵਾਪਸ ਮੁੜਨ ਲੱਗੀ ਹੈ, ਘਰ ਆਉਣ ਲੱਗਾ ਹੈ। ਯਾਨੀ ਕਿ ਹੁਣ ਉਹ ਆਪਣੀ ਭਟਕਣ ਤੋਂ ਨਿਜਾਤ ਚਾਹੁੰਦਾ ਹੈ। ਉਹਦੇ ਘਰ ਵਿੱਚ ਆਉਣ ਵਾਸਤੇ ਅਸੀਂ ਇਹ ਸਾਰਾ ਪ੍ਰਬੰਧ ਕਰ ਰਹੇ ਹਾਂ, ਖੁਸ਼ੀ ਦਾ ਮਾਹੌਲ ਬਣਾ ਰਹੇ ਹਾਂ। ਜੋ ਆਪਣੇ ਨਿਜ ਸਰੂਪ ਵਿੱਚ ਪਹਿਲਾਂ ਹੀ ਸਥਿਤ ਨੇ ਮਹਾਂਪੁਰਸ਼ ਸਾਧੂ, ਉਹ ਤਾਂ ਇੱਕਮੇਕੀ ਹਨ। ਪਰ ਜਿਹੜੇ ਸਾਡੇ ਵਰਗੇ ਭਟਕਦੇ ਹੋਏ ਕਈ ਜਨਮ ਬੀਤ ਗਏ ਨੇ, ਨਿਜ ਘਰ ਵਿੱਚ ਆਉਂਦੇ ਨੇ, ਤੇ ਫਿਰ ਅਕਾਲ ਪੁਰਖ ਜੀ ਵੀ ਉਹਨਾਂ ਦੀ ਆਮਦ ਦੇ ਉੱਤੇ ਵੀ ਹੁਣ ਇਹ ਭਟਕ ਕੇ ਥੱਕ ਕੇ ਵਾਪਸ ਆ ਗਿਆ, ਤੇ ਫਿਰ ਖੁਸ਼ੀਆਂ ਦੇ ਨਾਦ, ਮੰਗਲ, ਆਨੰਦ ਉੱਥੇ ਵਰਤਦੇ ਨੇ। ਮੁੜਿਆ ਤੋਂ ਹੈ, ਵਾਪਸ ਤੋਂ ਆਇਆ ਹੈ, ਨਿਜ ਘਰ ਵਿੱਚ ਆਉਣ ਤਾਂ ਲੱਗਾ, ਨਹੀਂ ਤਾਂ ਹਜ਼ਾਰਾਂ ਨੇ ਜਿਹੜੇ ਪਰਤਦੇ ਹੀ ਨਹੀਂ, ਮੁੜਦੇ ਹੀ ਨਹੀਂ, ਨਿਕਲ ਗਏ, ਇੱਕ ਵਾਰੀ ਵਾਪਸ ਨਹੀਂ ਆਏ। ਤੋ ਜਦੋਂ ਕੋਈ ਨਿਜ ਘਰ ਦੇ ਵਿੱਚ ਆਉਂਦਾ ਹੈ, ਉੱਥੇ ਫਿਰ ਆਨੰਦ ਹੈ, ਉੱਥੇ ਮੰਗਲ ਹਨ, ਖੁਸ਼ੀਆਂ ਹਨ, ਸੁਖ ਪਾਏ। ਬੜਾ ਭਾਰੀ ਸੁਖ, ਆਤਮਿਕ ਸੁਖ ਉਹਨਾਂ ਗੁਰਮੁਖਾਂ ਨੂੰ ਆਪਣੇ ਅੰਦਰੋਂ ਪ੍ਰਾਪਤ ਹੁੰਦਾ ਹੈ। ਸੰਤੋ ਰਾਮ ਨਾਮ ਨਿਸਤਰੀਐ। ਇਹ ਸੰਤ ਜਨੋ, ਰਾਮ ਦੇ ਨਾਮ ਦੁਆਰਾ ਹੀ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਰਾਮ ਦੇ ਨਾਮ ਦੁਆਰਾ ਹੀ ਇਹ ਜੀਵ ਇਸ ਭਵ ਸਾਗਰ ਤੋਂ ਪਾਰ ਉਤਰ ਸਕਦੇ ਨੇ, ਹੋਰ ਕੋਈ ਤਰੀਕਾ ਨਹੀਂ ਹੈ। ਅੱਜ ਵੀ ਜਿਹੜੇ ਆਪਣੇ ਘਰਾਂ ਤੋਂ ਖੁੰਝੇ ਹੋਏ ਨੇ, ਗੁਰਸਿੱਖੀ ਦੇ ਘਰ ਵਿੱਚ ਵਾਪਸ ਪਰਤਣ, ਤੇ ਸਤਿਗੁਰੂ ਜੀ ਬੜੀ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕਰਦੇ ਆ। ਜਿਹੜੇ ਗੁਰਸਿੱਖੀ ਦੇ ਘਰ ਨੂੰ ਤਿਲਾਂਜਲੀ ਦੇ ਕੇ ਦੂਰ ਚਲੇ ਗਏ ਨੇ, ਗੁਰਦੇਵ ਉਡੀਕਦੇ ਨੇ, ਪਰਤ ਆਓ ਭਾਈ, ਮੁੜ ਆਓ। ਸਾਹਿਬਾਂ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਮਹਾਰਾਜ ਜੀ ਕਹਿੰਦੇ ਮੈਂ ਕਿਤਨੇ ਲੱਖ ਬਰਸ ਸਾਲ ਆਪਣੇ ਸਿੱਖ ਦੀ ਉਡੀਕ ਕਰਦਾ, ਜੇ ਕਿਤੇ ਉਹ ਚਲਾ ਗਿਆ ਹੋਵੇ ਕਿ ਵਾਪਸ ਪਰਤ ਕੇ ਆਵੇਗਾ, ਮੁੜ ਕੇ ਆਵੇਗਾ। ਵਿਦਾਵਾ ਆਪਣੀ ਲੱਕ ਦੇ ਕਮਰ ਕੱਸੇ ਨਾਲ ਬੰਨ੍ਹ ਲਿਆ ਸੀ। ਮਹਾਰਾਜ ਜੀ ਨੇ ਕਿਹਾ ਸੀ, ਭਾਈ ਮਹਾਂ ਸਿੰਘ ਮੈਨੂੰ ਪਤਾ ਸੀ ਤੁਸੀਂ ਇੱਕ ਵਾਰੀ ਵਾਪਸ ਜ਼ਰੂਰ ਆਓਗੇ, ਮੈਂ ਉਡੀਕਦਾ ਸੀ, ਜਦੋਂ ਆਓਗੇ ਉਦੋਂ ਹੀ ਵਿਦਾਵਾ ਪਾੜ ਦਿਆਂਗਾ। ਪਾਤਸ਼ਾਹ ਕਹਿੰਦੇ ਇੱਕੋ ਤਰੀਕਾ ਹੈ, ਰਾਮ ਦਾ ਨਾਮ, ਜਿਸ ਦੁਆਰਾ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ। ਹਾਂਜੀ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਉੱਠਦਿਆਂ ਬਹਿੰਦਿਆਂ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਈਏ। ਲਗਾਤਾਰ ਨਿਰੰਤਰ ਇੱਕ ਰਸ ਧਿਆਈਏ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ। ਆਨ ਦਿਨ ਰਾਤ ਦਿਨ ਸ੍ਰੇਸ਼ਟ ਕਿਰਤ ਕਰੀਏ, ਭਲੀ ਕਿਰਤ।
ਐਸਾ ਕੰਮ ਨਾ ਕਰੀਏ ਜਿਸ ਕੰਮ ਨੂੰ ਕਰਕੇ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਸੋ ਕਿਰਤ ਦਾ ਮਤਲਬ ਸ੍ਰੇਸ਼ਟ ਕਿਰਤ, ਚੰਗੀ ਕਿਰਤ, ਭਲੀ ਕਿਰਤ। ਸ੍ਰੇਸ਼ਟ ਕਿਰਤ ਭਜਨ ਕਰਨਾ, ਬਾਣੀ ਪੜ੍ਹਨੀ, ਸੰਗਤ ਕਰਨੀ, ਸੇਵਾ ਕਰਨੀ, ਇਹ ਸਭ ਸ੍ਰੇਸ਼ਟ ਕਿਰਤ ਹੈ। ਧਰਮ ਦੀ ਕਿਰਤ ਕਰਨੀ ਸ੍ਰੇਸ਼ਟ ਕਿਰਤ ਹੈ। ਪਾਤਸ਼ਾਹ ਕਹਿੰਦੇ ਰਾਤ ਦਿਨ ਇਸ ਸ੍ਰੇਸ਼ਟ ਕਿਰਤ ਨੂੰ ਕਰੀਏ। ਉਦਾਂ ਤਾਂ ਕਹਿੰਦੇ ਮੈਂ ਬੇਕਾਰ ਹੀ ਸੀ, ਮੇਰੇ ਮਾਲਕ ਨੇ ਤਰਸ ਕਰਕੇ ਮੈਨੂੰ ਆਪਣੀ ਕਾਰ ਚਲਾ ਲਿਆ। ਉਦਾਂ ਬੇਕਾਰ ਬੇਰੋਜ਼ਗਾਰ ਹੀ ਸੀ, ਮਹਾਰਾਜ ਜੀ ਨੇ ਆਪਣੀ ਕਾਰ ਵਿੱਚ ਲਾ ਲਿਆ, ਆਪਣੀ ਸਿਫਤ ਵਿੱਚ ਲਾ ਲਿਆ। ਸ਼ੁਕਰ ਹੈ ਸਾਹਿਬ ਦਾ। ਔਰ ਢਾਡੀ ਬੇਕਾਰ ਕਾਰੈ ਲਾਇਆ, ਬੇਕਾਰ ਸੀ, ਗੁਰੂ ਨੇ ਆਪਣੀ ਕਾਰ ਵਿੱਚ ਲਾ ਲਿਆ। ਜਿਹੜੀ ਸਤਿਗੁਰਾਂ ਦੀ ਕਾਰ ਹੈ ਇਹ ਸ੍ਰੇਸ਼ਟ ਕਿਰਤ ਹੈ। ਤੇ ਕਹਿੰਦੇ ਰਾਤ ਦਿਨ ਇਸ ਸ੍ਰੇਸ਼ਟ ਕਿਰਤ ਨੂੰ ਕਰੀਏ। ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ, ਓ ਵਡ ਭਾਗੀ ਪਾਏ। ਸੰਤ ਕਾ ਮਾਰਗ ਧਰਮ ਕੀ ਪੌੜੀ। ਜਿਹੜੇ ਸੰਤ ਜਨਾਂ ਦਾ ਰਸਤਾ ਹੈ ਨਾ, ਜਿਸ ਰਾਹ ਤੇ ਸੰਤ ਟੁਰੇ ਹੋਏ ਨੇ, ਧਰਮ ਦੀ ਪ੍ਰਾਪਤੀ ਲਈ ਉਹੀ ਪੌੜੀ ਹੈ। ਧਰਮ ਦੀ ਪ੍ਰਾਪਤੀ ਦੀ ਜਿਹੜੀ ਪੌੜੀ ਹੈ ਉਹੀ ਪੌੜੀ ਜਿਸ ਰਾਹ ਤੇ ਸੰਤ ਜਨ, ਜਿਸ ਰਸਤੇ ਤੇ ਸੰਤ ਜਨ ਚੱਲ ਪੈਂਦੇ ਨੇ ਉਹੀ ਦੁਨੀਆ ਲਈ ਧਰਮ ਦੀ ਪੌੜੀ ਬਣ ਜਾਂਦੀ ਹੈ। ਏਦਾਂ ਕਹਿ ਸਕਦੇ ਹਾਂ ਗੁਰਮੁਖ ਗਾਡੀ ਰਾਹ ਚਲੰਦਾ। ਉਹ ਜਿਹੜਾ ਗੁਰਮੁਖ ਨੇ ਗਾਡੀ ਰਾਹ ਬਣਾ ਦਿੱਤਾ। ਪੁਰਾਣੇ ਸਮਿਆਂ 'ਚ ਕੱਚੇ ਰਾਹ ਹੁੰਦੇ ਸੀ ਤੇ ਗੱਡੇ ਲੰਘਣੇ ਨਾ ਕੱਚੇ ਰਾਹ ਤੋਂ, ਤੇ ਜਿੱਥੋਂ ਲੰਘਦੇ ਸਨ ਉੱਥੇ ਉਹ ਪੱਕੀ ਥਾਂ ਬਣ ਜਾਂਦੀ ਸੀ, ਪੈੜ। ਉਹ ਜੇ ਕਿਤੇ ਚਿੱਕੜ ਵੀ ਹੁੰਦਾ ਸੀ ਤਾਂ ਵੀ ਉਹਦੇ ਵਿੱਚੋਂ ਉਹ ਨਿਕਲ ਜਾਂਦੀ ਸੀ, ਉਹ ਪੱਕੀ ਬਣ ਜਾਂਦੀ ਥਾਂ। ਉਹਦੇ ਉਸੇ ਰਸਤੇ ਦੇ ਉੱਤੇ ਫਿਰ ਬਾਕੀ ਲੋਕ ਵੀ ਤੁਰਦੇ ਚਲੇ ਜਾਂਦੇ। ਮਹਾਂਪੁਰਖ ਸਾਧੂ ਜਿਸ ਰਸਤੇ ਤੇ ਚੱਲਦੇ ਨੇ ਉਹ ਗਾਡੀ ਰਾਹ ਬਣ ਜਾਂਦਾ ਸਾਡੇ ਵਰਗਿਆਂ ਵਾਸਤੇ। ਗੁਰਮੁਖ ਜਨ ਜਦੋਂ ਉਸ ਰਸਤੇ ਤੇ ਚੱਲ ਕੇ ਗਏ, ਪਿੱਛੇ ਪਿੱਛੇ ਉਸੇ ਰਸਤੇ ਤੇ ਆਪਾਂ ਟੁਰਦੇ ਚਲੇ ਜਾਣਾ। ਅੱਗੇ ਸਾਨੂੰ ਨਹੀਂ ਪਤਾ ਵੀ ਕਿੱਧਰ ਜਾਣਾ, ਬਸ ਉਹ ਜਿੱਧਰ ਪੈੜ ਉਹਨਾਂ ਨੇ ਪਾ ਦਿੱਤੀ ਹੈ, ਨਿਸ਼ਾਨ ਜਿਹੜੇ ਪਾ ਦਿੱਤੇ ਨੇ, ਬਸ ਉਸੇ ਪੈੜ ਦੇ ਉੱਤੇ, ਉਸੇ ਨਿਸ਼ਾਨਾਂ ਦੇ ਉੱਤੇ ਚੱਲਦੇ ਚਲੇ ਜਾਈਏ। ਤਾਂ ਧਰਮ ਦੇ ਸਰੂਪ ਦੀ, ਅਸਲ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਧਰਮ ਦੀ ਪਰਿਭਾਸ਼ਾ ਨੂੰ ਸਮਾਜ ਦੇ ਲੋਕਾਂ ਨੇ ਇੰਨਾ ਗੰਧਲਾ ਕਰਕੇ ਬਿਆਨ ਕਰ ਦਿੱਤਾ ਹੈ ਕਿ ਅੱਜ ਕੱਲ ਧਰਮ ਫਿਰਕਾ ਪ੍ਰਸਤੀ ਦੇ ਨਾਂ ਦੇ ਉੱਤੇ ਵੰਡ ਦਿੱਤਾ ਜਾਂਦਾ ਹੈ, ਮਜ਼ਹਬ ਪ੍ਰਸਤੀ ਦੇ ਨਾਂ ਦੇ ਉੱਤੇ ਵੰਡ ਦਿੱਤਾ ਜਾਂਦਾ ਹੈ, ਸੰਪਰਦਾਇਕ ਰੂਪ ਦੇ ਵਿੱਚ ਧਰਮ ਦੀ ਵੰਡ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਧਰਮ ਸੰਸਾਰ ਦੀ ਸਮੁਸਤ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ। ਉਹ ਕਲਾਵਾ ਗੁਰੂ ਨਾਨਕ ਸਾਹਿਬ ਦਾ ਇੰਨਾ ਵੱਡਾ ਹੈ ਕਿ ਜਦੋਂ ਹਿੰਦੂ ਮੁਸਲਮਾਨਾਂ ਦੇ ਬਾਬਤ ਮੁਸਲਮਾਨਾਂ ਨੇ ਪੁੱਛਿਆ ਵੀ ਕੌਣ ਵੱਡਾ, ਹਿੰਦੂ ਕਿ ਮੁਸਲਮਾਨ, ਤਾਂ ਜਗਤ ਗੁਰੂ ਬਾਬਾ ਜੀ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਧਰਮ ਦੀ ਪਰਿਭਾਸ਼ਾ ਸਮਝਾਉਂਦਿਆਂ ਕਿਹਾ ਸੀ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਚੰਗੇ ਅਮਲ ਨਹੀਂ ਤੇ ਦੋਨਾਂ ਨੂੰ ਉੱਥੇ ਰੱਬ ਦੀ ਦਰਗਾਹ 'ਚ ਰੋਣਾ ਪੈਣਾ, ਜੇ ਅਮਲ ਚੰਗੇ ਨਹੀਂ ਕੀਤੇ। ਯਾਨੀ ਕਿ ਜਿਹੜੇ ਸਾਡੇ ਅਮਲ ਨੇ, ਜਿਹੜੇ ਸਾਡੇ ਚੰਗੇ ਕਰਮ ਨੇ, ਸ਼ੁਭ ਕਰਮ ਨੇ, ਇਹੀ ਧਰਮ ਹੈ। ਹੁਣ ਜਿਤਨੇ ਵੀ ਸ਼ੁਭ ਕਰਮ ਨੇ, ਇਹਨਾਂ ਕਰਮਾਂ ਨੂੰ ਕਹਿਣ ਵਾਸਤੇ ਸਾਰੇ ਜਿੰਨੇ ਵੀ ਮਹਾਂਪੁਰਸ਼ਾਂ ਦੇ ਚਲਾਏ ਮੱਤ ਨੇ, ਉਹ ਕਹਿੰਦੇ ਕਿਹੜਾ ਧਰਮ, ਕਿਹੜਾ ਮਜ਼ਹਬ ਹੈ ਸੰਸਾਰ ਦਾ ਜਿਹੜਾ ਕਹਿੰਦਾ ਝੂਠ ਬੋਲੋ। ਚਾਹੇ ਉਹ ਹਿੰਦੂ ਹੈ, ਮੁਸਲਮਾਨਾਂ ਦਾ ਧਰਮ ਹੈ, ਈਸਾਈਆਂ ਦਾ ਹੈ, ਯਹੂਦੀਆਂ ਦਾ ਹੈ, ਪਾਰਸੀਆਂ ਦਾ ਹੈ, ਬੋਧੀਆਂ ਦਾ ਹੈ, ਜੈਨੀਆਂ ਦਾ ਹੈ, ਕਦੇ ਉਹ ਕਹਿੰਦੇ ਆ ਵੀ ਝੂਠ ਬੋਲੋ। ਸਾਰਿਆਂ ਦਾ ਸਾਂਝਾ ਤੱਤਵ ਹੈ ਨਾ, ਸਭ ਕਹਿੰਦੇ ਝੂਠ ਨਹੀਂ ਬੋਲਣਾ ਚਾਹੀਦਾ।
ਯਾਨੀ ਕਿ ਧਰਮ ਜਿਹੜਾ ਹੈ ਉਹ ਵਿਆਪਕ ਹੈ, ਜਿਸ ਨੂੰ ਅਸੀਂ ਕੁਝ ਦਾਇਰੇ ਦੇ ਵਿੱਚ ਸੀਮਿਤ ਕਰਕੇ ਰੱਖ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇਹ ਚਲਾਇਆ ਧਰਮ ਹੈ, ਸਿੱਖ ਧਰਮ, ਇਹ ਵਿਸ਼ਾਲ ਹੈ। ਸਭ ਨੂੰ ਮਹਾਰਾਜ ਜੀ ਆਪਣੇ ਕਲਾਵੇਂ ਚ ਲੈਂਦੇ। ਤਦੇ ਪਾਤਸ਼ਾਹ ਜਿੱਥੇ ਹਿੰਦੂ ਵੀਰਾਂ ਦੇ ਧਰਮ ਸਥਾਨਾਂ ਤੇ ਜਾਂਦੇ ਨੇ, ਉੱਥੇ ਮੁਸਲਮਾਨਾਂ ਦੇ ਜਿਹੜੇ ਪਾਕ ਸਥਾਨ ਨੇ, ਮੱਕਾ, ਮਦੀਨਾ, ਬਗਦਾਦ, ਉੱਥੇ ਵੀ ਚਰਨ ਪਾਉਂਦੇ। ਸਮਾਨ ਦ੍ਰਿਸ਼ਟੀ। ਸੰਤ ਜਨਾਂ ਦਾ ਜਿਹੜਾ ਮਾਰਗ ਹੈ ਉਹ ਧਰਮ ਦੀ ਪੌੜੀ ਆ। ਉਹਦੇ ਤੇ ਕੋਈ ਟਾਵਾਂ ਚੱਲਦਾ ਦਿਸਣਾ ਤੁਹਾਨੂੰ। ਦੋ ਰਾਹ ਸਾਡੇ ਸਾਹਮਣੇ ਜਾ ਰਹੇ। ਹੁਣ ਇੱਕ ਰਸਤੇ ਦੇ ਉੱਤੇ ਬੜੇ ਲੋਕ, ਭੀੜਾਂ ਦੀ ਭੀੜ ਜਾ ਰਹੀ ਹੋਵੇ, ਤੇ ਇੱਕ ਰਸਤੇ ਤੇ ਕੋਈ ਇੱਕਾ ਦੁੱਕਾ ਬੰਦਾ ਜਾਂਦਾ ਹੋਵੇ, ਅਸੀਂ ਜਾ ਕੇ ਖਲੋ ਜਾਈਏ ਉੱਥੇ, ਤੇ ਸੁਭਾਵਕ ਹੈ ਅਸੀਂ ਉਸ ਰਸਤੇ ਤੇ ਜਾਣਾ ਜਿੱਧਰ ਹਜ਼ਾਰਾਂ ਟੁਰੇ ਜਾਂਦੇ ਹੋਣ। ਵੀ ਇੱਧਰ ਸ਼ਾਇਦ ਕੁਝ ਜ਼ਿਆਦਾ ਕੁਝ ਆ, ਵੀ ਸਾਰੀ ਦੁਨੀਆ ਇੱਧਰ ਨੂੰ ਟੁਰੀ ਹੋਈ ਹੈ। ਜਿੱਧਰ ਇੱਕ ਦੋ ਚਾਰ ਬੰਦੇ ਹੀ ਜਾਂਦੇ ਹੋਣਗੇ, ਕਹਾਂਗੇ ਵੀ ਇਹ ਤਾਂ ਮੂਰਖ ਹੀ ਨੇ, ਇੱਧਰ ਟੁਰੇ ਫਿਰਦੇ ਆ ਵੱਖਰੇ ਹੀ। ਦਰਅਸਲ ਧਰਮ ਦੇ ਰਸਤੇ ਤੇ ਤੁਹਾਨੂੰ ਇੱਕਾ ਦੁੱਕਾ ਹੀ ਬੰਦੇ ਦਿਸਣਗੇ ਜਿਹੜੇ ਚੱਲ ਰਹੇ ਹੋਣਗੇ। ਭੀੜ ਦੇ ਵੱਗਾਂ ਦੇ ਵੱਗ, ਭੇਡਾਂ ਦੇ ਇੱਜੜਾਂ ਦੇ ਇੱਜੜ, ਸੰਸਾਰ ਦੇ ਰਾਹ ਤੇ ਚੁਲਦੇ ਲੱਖਾਂ ਦੀ ਗਿਣਤੀ 'ਚ ਨਜ਼ਰ ਆਉਣਗੇ। ਤੋ ਸੰਤ ਦਾ ਜਿਹੜਾ ਮਾਰਗ ਹੈ, ਧਰਮ ਦੀ ਪ੍ਰਾਪਤੀ ਦਾ, ਉਹੀ ਸਭ ਤੋਂ ਵੱਡਾ ਸ੍ਰੇਸ਼ਟ ਸਾਧਨ ਹੈ। ਉਹਦੇ ਰਾਹੀਂ ਧਰਮ ਦੀ ਪ੍ਰਾਪਤੀ ਹੁੰਦੀ। ਧਰਮ ਦੀ ਪਰ ਕੋਵਡ ਭਾਗੀ ਪਾਏ। ਇਹ ਜਿਹੜਾ ਰਸਤਾ ਹੈ ਸੰਤ ਜਨਾਂ ਦਾ, ਇਹ ਕਿਸੇ ਬਿਰਲੇ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਹਰ ਇੱਕ ਨੂੰ ਨਹੀਂ। ਕੋਵਡ ਭਾਗੀ ਪਾਏ। ਹਰ ਇੱਕ ਨੂੰ ਇਸ ਰਸਤੇ ਦਾ ਭਦੌਆ ਨਹੀਂ ਬਣਾਇਆ ਜਾ ਸਕਦਾ। ਕੋਈ ਬਿਰਲਾ ਵੱਡੇ ਭਾਗ ਜਿਸ ਦੇ ਹੋਣ, ਉਹਨੂੰ ਇਸ ਰਸਤੇ ਦੀ ਪ੍ਰਾਪਤੀ ਹੁੰਦੀ ਹੈ। ਮਹਾਂਪੁਰਸ਼ ਕਹਿੰਦੇ ਬਹੁਤ ਨਿਰਮਲ ਕਰਮ ਹੋਣ, ਬਹੁਤ ਚੰਗੇ ਕਰਮ ਹੋਣ, ਤਾਂ ਜਾ ਕੇ ਗੁਰੂ ਖਾਲਸੇ ਪੰਥ ਦੇ ਵਿੱਚ ਸ਼ਮੂਲੀਅਤ ਪ੍ਰਾਪਤ ਹੁੰਦੀ ਹੈ, ਖੰਡੇ ਦੀ ਪਹੁਲ ਪ੍ਰਾਪਤ ਹੁੰਦੀ ਹੈ। ਇਸ ਪੰਥ ਦੇ ਪੰਧੀ ਅਸੀਂ ਤਾਂ ਹੀ ਬਣ ਸਕਦੇ ਹਾਂ ਜੇ ਸਾਡੇ ਕੋਈ ਭਾਗ ਚੰਗੇ ਨੇ। ਨਹੀਂ ਚੰਗੇ ਤੇ ਅਰਦਾਸ ਕਰੋ, ਮਹਾਰਾਜ ਕਰ ਦਿਓ ਕਿਰਪਾ। ਇਹ ਰਸਤਾ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਹਾਂਜੀ। ਕੋਟ ਜਨਮ ਕੇ ਕਿਲ ਵੇਖ ਨਾਸੇ, ਹਰ ਚਰਣੀ ਚਿਤ ਲਾਏ। ਕਰੋੜਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਕਿਲ ਵਿਖ ਨੇ ਨਸ ਜਾਂਦੇ ਨੇ, ਨਸ਼ਟ ਭ੍ਰਸ਼ਟ ਹੋ ਜਾਂਦੇ ਨੇ, ਜਦੋਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਚਿੱਤ ਜੋੜੀਏ। ਕਰੋੜਾਂ ਜਨਮਾਂ ਦੇ ਹਰ ਚਰਣੀ ਚਿਤ ਲਾਏ। ਹਰੀ ਦੇ ਚਰਨ ਕਮਲਾਂ ਦੇ ਨਾਲ ਜਦੋਂ ਆਪਣਾ ਚਿੱਤ ਲਾਈਏ ਤੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਿਲ ਵਿਖ ਨਸ ਜਾਂਦੇ ਹਨ। ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਉਸਤਤ ਕਰੋ ਆਪਣੇ ਪ੍ਰਭੂ ਦੀ, ਆਪਣੇ ਮਾਲਕ ਦੀ ਉਸਤਤ ਕਰੋ। ਐਸੇ ਮਾਲਕ ਪ੍ਰਭੂ ਦੀ ਉਸਤਤ ਕਰੋ ਜਿਸ ਨੇ ਸਾਡੀ ਕਲ ਰੱਖ ਲਈ ਹੈ। ਕਲ ਨਾਮ ਇੱਜ਼ਤ ਦਾ, ਕਲ ਨਾਮ ਪੱਤ ਦਾ, ਜਿਸ ਨੇ ਸਾਡੀ ਪੱਤ ਰੱਖੀ ਹੈ, ਉਸ ਮਾਲਕ ਦੀ ਉਸਤਤ ਕਰੋ। ਹਾਂਜੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਜੀ ਜੰਤ ਸਭ ਪਵਿੱਤਰ ਹੁੰਦੇ ਨੇ ਜਦੋਂ ਸਤਿਗੁਰਾਂ ਦੀ ਸੱਚੀ ਸਿੱਖਿਆ ਨੂੰ ਸੁਣਨ। ਗੁਰੂ ਕੀ ਸੱਚੀ ਸਿੱਖਿਆ ਨੂੰ, ਉਪਦੇਸ਼ ਨੂੰ ਸੁਣਨ ਵਾਲੇ ਜੀ ਜੰਤ ਪਵਿੱਤਰ ਤੇ ਪਾਵਨ ਹੋ ਜਾਂਦੇ ਹਨ। ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਜੀ ਨੇ ਐਸਾ ਪਵਿੱਤਰ ਅੰਮ੍ਰਿਤ ਨਾਮ ਸਾਨੂੰ ਦ੍ਰਿੜ ਕਰਾਇਆ, ਜਿਸ ਦੁਆਰਾ
ਸਾਡੇ ਸਾਰੇ ਵਿਘਨ ਨਸ ਗਏ ਨੇ, ਸਾਰੇ ਦੁੱਖਾਂ ਦਾ ਨਾਸ ਹੋ ਗਿਆ ਹੈ। ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਦੋਂ ਵਿਘਨਾਂ ਦਾ ਨਾਸ਼ ਕਰਨ ਵਾਲਾ, ਦੁੱਖਾਂ ਦੇ ਨਾਸ਼ ਕਰਨ ਵਾਲਾ ਨਾਮ ਦ੍ਰਿੜ ਕਰਾਇਆ ਸਤਿਗੁਰਾਂ ਨੇ, ਸਾਡੇ ਜਿਤਨੇ ਵੀ ਪਾਪ ਸਨ ਖੋਏ ਗਏ, ਦੂਰ ਹੋ ਗਏ, ਸਰਬ ਪ੍ਰਕਾਰ ਕਰਕੇ ਪਾਵਨ ਪਵਿੱਤਰ ਹੋ ਗਏ। ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸੁਖ ਘਰ ਵਿੱਚ, ਸੁਖ ਮਹਿਲ ਦੇ ਵਿੱਚ, ਨਿਜ ਸਰੂਪ ਦੇ ਵਿੱਚ ਆ ਕੇ ਸਮਾ ਗਏ।